Okay, students, so this is the very first part in the practical of the medical zoology. So this is concerned to the lab safety rules and the proper handling of the specimens and the chemicals inside a lab. ਸੋ ਬੱਚਿਓ ਇਹਦੇ ਵਿੱਚ ਕਈ ਗਾਈਡਲਾਈਨਸ ਡਿਵੈਲਪ ਕੀਤੀਆਂ ਗਈਆਂ ਜਿਹੜੀਆਂ ਸਾਨੂੰ ਲੈਬ ਦੇ ਵਿੱਚ ਸੇਫਟੀ ਬਾਰੇ ਦੱਸਦੀਆਂ ਨੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਕਿੱਦਾਂ ਹੈਂਡਲ ਕਰਨਾ ਚਾਹੀਦਾ ਤੇ ਉਹਨਾਂ ਬਾਰੇ ਅੱਜ ਆਪਾਂ ਥੋੜਾ ਜਿਹਾ ਬਰੀਫਲੀ ਸਟੱਡੀ ਕਰਾਂਗੇ ਵੀ ਉਹ ਕਿਹੜੇ ਰੂਲਸ ਨੇ ਓਕੇ ਨਾ ਜਸਟ ਗੋਇੰਗ ਵਿਦ the first type of the rules, and these are called as the general lab safety rules and guidelines. So here I'm emphasizing on the word general. So the very first point of action for new staff and students is going through a general orientation. So ਇੱਥੇ ਇੱਕ ਜਨਰਲੀ ਗੱਲਬਾਤ ਕੀਤੀ ਗਈ ਹੈ ਕਿ ਐਮਰਜੈਂਸੀ ਕੰਡੀਸ਼ਨਸ ਦੇ ਵਿੱਚ ਸੇਫਟੀ ਰੂਲਸ ਕੀ ਹੁੰਦੇ ਨੇ ਐਂਡ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਕੀ ਨੇ ਕਿ ਜਦੋਂ ਇੱਕ ਲੈਬ ਦੇ ਵਿੱਚ ਕੰਮ ਕੀਤਾ ਜਾਂਦਾ ਤਾਂ ਉੱਥੇ ਸਟੈਂਡਰਡ ਪ੍ਰੋਟੋਕੋਲਸ ਕੀ ਨੇ ਸੋ ਇੱਥੇ ਦੱਸਿਆ ਗਿਆ ਕਿ ਰਿਗਾਰਡਲੈਸ ਆਫ ਦੀ ਟਾਈਪ ਆਫ ਦਾ ਲੈਬ ਸੋ ਬੱਚਿਓ ਜਿਹੜੀ ਮਰਜ਼ੀ ਲੈਬ ਦੇ ਵਿੱਚ ਤੁਸੀਂ ਕੰਮ ਕਰਦੇ ਰਹੋ ਚਾਹੇ ਉਹ ਬਾਇਓਕੈਮਿਸਟਰੀ ਦੀ ਲੈਬ ਹੈ ਚਾਹੇ ਉਹ ਮਾਈਕਰੋਬਾਇਓਲੋਜੀ ਦੀ ਲੈਬ ਹੈ ਚਾਹੇ ਉਹ ਬਾਇਓਟੈਕਨੋਲੋਜੀ ਦੀ ਲੈਬ ਹੈ ਇਹ ਜਨਰਲ ਲੈਬ ਸੇਫਟੀ ਰੂਲਸ ਨੇ ਹਰੇਕ ਟਾਈਪ ਦੀ ਲੈਬ ਦੇ ਉੱਪਰ ਲੱਗ ਜਾਂਦੇ ਆ Okay, the first rule is that learn about the emergency responses. So this is a very, very important rule or the guideline. So ਇਹਦੇ ਵਿੱਚ ਸਿੱਧੀ ਜੀ ਇਹ ਗੱਲ ਹੈ ਕਿ ਜੇ ਕਿਸੇ ਟਾਈਪ ਦਾ ਵੀ ਐਕਸੀਡੈਂਟ ਤੁਹਾਡੀ ਲੈਬ ਦੇ ਵਿੱਚ ਹੁੰਦਾ ਤਾਂ ਉੱਥੇ it is imperative to like have an education about the fire extinguishers, emergency showers, ਆਈ ਵਾਸ਼ ਫਿਊਸਿਟਸ ਜੇ ਅੱਖਾਂ ਦੇ ਵਿੱਚ ਕੁਝ ਪੈ ਜਾਂਦਾ ਤੇ ਉਹਨੂੰ ਸਾਫ਼ ਕਰਨ ਦਾ ਮੈਥਡ ਤੁਹਾਨੂੰ ਪਤਾ ਹੋਣਾ ਚਾਹੀਦਾ ਫਸਟ ਏਡ ਕਿਟਸ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਫਾਇਰ ਬਲੈਂਕਟਸ ਹੋਣੇ ਚਾਹੀਦੇ ਆ ਜੇ ਨਹੀਂ ਹੈਗੇ ਤਾਂ ਤੁਹਾਡੇ ਕੋਲ ਘੱਟੋ ਘੱਟ ਫਾਇਰ ਐਕਸਟਿੰਗੁਇਸ਼ਰ ਜ਼ਰੂਰ ਹੋਣੇ ਚਾਹੀਦੇ ਆ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਸਕੂਲਸ ਤੇ ਕਾਲਜਸ ਦੇ ਵਿੱਚ ਫਾਇਰ ਐਕਸਟਿੰਗੁਇਸ਼ਰਸ ਲਗਾਉਣੇ ਇਹ ਮੈਂਡੇਟਰੀ ਨੇ ਇਹ ਗਵਰਨਮੈਂਟ ਦੀ ਗਾਈਡਲਾਈਨ ਹੈ ਸਭ ਨੂੰ ਲਾਉਣੇ ਹੀ ਪੈਂਦੇ ਆ ਅਦਰਵਾਈਜ਼ ਤੁਹਾਨੂੰ CBSE ਦੀ ਜਾਂ PSEB ਦੀ ਅਫੀਲੀਏਸ਼ਨ ਹੀ ਨਹੀਂ ਮਿਲਦੀ ਕਾਲਜਸ ਦੇ ਵਿੱਚ ਵੀ ਫਾਇਰ ਐਕਸਟਿੰਗੁਇਸ਼ਰ ਲਾਉਣੇ ਇਹ ਕੰਪਲਸਰੀ ਨੇ ਆਪਣੇ ਸਾਰੀਆਂ ਲੈਬਸ ਦੇ ਵਿੱਚ ਇਹ ਐਕਸਟਿੰਗੁਇਸ਼ਰ ਲੱਗੇ ਹੋਏ ਨੇ ਐਮਰਜੈਂਸੀ ਸ਼ਾਵਰਸ ਇਹ ਬੱਚਿਓ ਪੁਰਾਣੇ ਕਾਲਜਸ ਦੇ ਵਿੱਚ ਤਾਂ ਨਹੀਂ ਲੱਗੇ ਹੋਏ ਪਰ ਸਟਿਲ ਜਿਹੜੇ ਹੁਣ ਨਵੇਂ ਬਣ ਰਹੇ ਆ ਉਹਨਾਂ ਦੇ ਵਿੱਚ ਇਹ ਮੈਂਡੇਟਰੀ ਕਰ ਦਿੱਤੇ ਗਏ ਨੇ ਇਨਸਾਈਡ ਦਾ ਲੈਬਸ ਸੋ ਲੈਬ ਦੇ ਵਿੱਚ ਵੀ ਜਿਹੜੀਆਂ ਟੈਪਸ ਹੁੰਦੀਆਂ ਬੱਚਿਓ ਉਹ ਜ਼ਰੂਰ ਲਾਉਣ ਦੀ ਪ੍ਰੋਵੀਜ਼ਨ ਰੱਖੀ ਗਈ ਹੈ ਕਿ ਜਦੋਂ ਵੀ ਲੈਬ ਦੇ ਵਿੱਚ ਕੋਈ ਐਕਸੀਡੈਂਟ ਹੁੰਦਾ ਤਾਂ ਲੈਬ ਦੇ ਵਿੱਚ ਘੱਟੋ ਘੱਟ 2 ਟੈਪਸ ਜ਼ਰੂਰ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਵਿੱਚ ਹਮੇਸ਼ਾ ਪਾਣੀ ਆਉਂਦਾ ਰਹੇ ਠੀਕ ਹੈ ਸੋ ਇਹ ਕੁਝ ਐਮਰਜੈਂਸੀ ਰਿਸਪੌਂਸਿਸ ਹੈਗੇ ਆ ਕਿ ਲੈਬ ਦੇ ਵਿੱਚ ਸਪੋਜ਼ ਇੱਕੋ ਹੀ ਦਰਵਾਜ਼ਾ ਸੋ ਕਈ ਥਾਂ ਦੇ ਉੱਤੇ ਸਟਰਕਚਰਲੀ ਵੀ ਲੈਬ ਦੇ ਵਿੱਚ 2 ਦਰਵਾਜ਼ੇ ਰੱਖੇ ਜਾਂਦੇ ਆ ਜਿੱਥੋਂ ਇੱਕ ਐਂਟਰੀ ਪੁਆਇੰਟ ਹੁੰਦਾ ਇੱਕ ਐਗਜ਼ਿਟ ਪੁਆਇੰਟ ਹੁੰਦਾ ਸੋ ਜੇ ਕੋਈ ਅੱਗ ਲੱਗ ਜਾਂਦੀ ਹੈ ਤਾਂ ਦੂਜੇ ਪਾਸਿਓਂ ਐਗਜ਼ਿਟ ਕੀਤਾ ਜਾ ਸਕਦਾ ਕੋਈ ਐਮਰਜੈਂਸੀ ਵਿੰਡੋ ਵੀ ਰੱਖੀ ਜਾ ਸਕਦੀ ਹੈ ਸੋ ਦੈਟ ਵਾਜ਼ ਅਬਾਊਟ ਦੀ ਐਮਰਜੈਂਸੀ ਰਿਸਪੌਂਸਿਸ ਸੋ ਸੈਕੰਡ ਇਜ਼ ਟ੍ਰੇਨ ਬਿਫੋਰ ਦੀ ਐਕਸਪੈਰੀਮੈਂਟੇਸ਼ਨ ਸੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਐਸਪੈਕਟ ਸੋ ਇਹਦੇ 'ਚ ਹੁੰਦਾ ਬੱਚਿਓ ਕਿ ਕੋਈ ਵੀ ਐਕਸਪੈਰੀਮੈਂਟ ਕਰਨ ਤੋਂ ਪਹਿਲਾਂ ਜਾਂ ਕੋਈ ਵੀ ਲਾਈਕ ਪਰਟੀਕੂਲਰ ਇਕੁਇਪਮੈਂਟ ਯੂਜ਼ ਕਰਨ ਤੋਂ ਪਹਿਲਾਂ ਉਹਦੀ ਜਿਹੜੀ SOP ਕਾਪੀ ਆ ਜਿਹੜੀ ਉਹਦੀ ਸੁਪਰਵਾਈਜ਼ਰੀ ਕਾਪੀ ਆ ਵੀ ਉਹਨੂੰ ਕਿੱਦਾਂ ਯੂਜ਼ ਕਰਨਾ ਹੈ ਇਹ ਤੁਸੀਂ ਜ਼ਰੂਰ ਪੜ੍ਹਨੀ ਹੈ ਕੋਈ ਐਕਸਪੈਰੀਮੈਂਟ ਤੁਸੀਂ ਕਰਨਾ ਤਾਂ ਉਹਦੇ 'ਚ ਇਹ ਜ਼ਰੂਰ ਦੇਖਣਾ ਕਿ ਇਹਦੇ 'ਚ ਜਿਹੜੇ ਕੈਮੀਕਲ ਮੈਂ ਯੂਜ਼ ਕਰ ਰਿਹਾ ਜਾਂ ਕਰ ਰਹੀ ਹਾਂ ਉਹ ਕੋਈ ਟੌਕਸਿਕ ਕੈਮੀਕਲ ਤਾਂ ਨਹੀਂ ਹੈਗੇ ਕੀ ਉਹਦੀ ਕੋਈ ਉਹਦਾ ਕੋਈ ਬਹੁਤ ਵੱਡਾ ਹੈਜ਼ਰਡ ਤੁਹਾਡੀ ਬਾਡੀ 'ਤੇ ਤਾਂ ਨਹੀਂ ਹੋਏਗਾ ਕੀ ਉਹ ਐਸਿਡਿਕ ਗਰੁੱਪ ਦੇ ਵਿੱਚ ਤਾਂ ਨਹੀਂ ਆਉਂਦੇ ਠੀਕ ਹੈ ਉਹ ਕਾਰਬੋਕਸਿਲਿਕ ਐਸਿਡ ਗਰੁੱਪ ਦੇ ਕੈਮੀਕਲ ਤਾਂ ਨਹੀਂ ਹੈਗੇ ਉਹ ਸੋਡੀਅਮ ਹਾਈਡਰੋਕਸਾਈਡ ਤਾਂ ਨਹੀਂ ਹੈਗਾ ਕਿ ਜਿਹੜਾ ਤੁਹਾਡੀ ਸਕਿਨ 'ਤੇ ਲੱਗੇਗਾ ਅਤੇ ਸਕਿਨ ਖਰਾਬ ਹੋ ਜਾਏਗੀ ਸੋ ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ ਸੋ ਜੋ ਵੀ ਤੁਸੀਂ ਰਿਐਕਸ਼ਨ ਕੈਰੀ ਆਊਟ ਕਰ ਰਹੇ ਹੋ ਲੈਬ ਦੇ ਵਿੱਚ ਪਹਿਲਾਂ ਉਹਦੇ ਬਾਰੇ ਪੜ੍ਹੋ ਨੈਕਸਟ ਵੀ ਹੈਵ ਪਲਾਨ ਯੋਰ ਵਰਕ ਡਿਊਰਿੰਗ ਨਾਰਮਲ ਵਰਕਿੰਗ ਆਵਰਸ ਸੋ ਬੱਚਿਓ ਇਹਦੇ 'ਚ ਇਹ ਹੁੰਦਾ ਹੈ ਕਿ ਬਹੁਤ ਸਾਰੇ ਐਕਸਪੈਰੀਮੈਂਟਸ ਕਈ ਵਾਰੀ ਇੱਦਾਂ ਲਾਉਣੇ ਪੈਂਦੇ ਆ ਕਿ ਉਹ ਸ਼ਾਮ ਨੂੰ ਲੱਗਦੇ ਨੇ ਸਾਰੀ ਰਾਤ ਚੱਲਦੇ ਆ
ਫਿਰ ਸਵੇਰ ਜਾ ਕੇ ਉਹਨਾਂ ਦਾ ਰਿਜ਼ਲਟ ਆਉਂਦਾ। ਸੋ ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਤੁਸੀਂ ਐਕਸਪੈਰੀਮੈਂਟ ਕਰਨਾ ਹੈ ਉਹਨੂੰ ਤੁਸੀਂ ਨਾਰਮਲ ਵਰਕਿੰਗ ਆਵਰਸ ਦੇ ਵਿੱਚ ਕਰੋ। ਇਹਦਾ ਇੱਕ ਸਿੰਪਲ ਮਤਲਬ ਆ ਕਿ ਜਿਹੜੇ ਕੇਸਿਸ ਆਫ ਐਕਸੀਡੈਂਟਸ ਜਾਂ ਇੰਜਰੀ ਦੇ ਐਕਸੀਡੈਂਟ ਨੇ ਉਹਨਾਂ ਨੂੰ ਰੋਕਿਆ ਜਾ ਸਕੇ। ਸੋ ਜੇ ਕੋਈ ਇੱਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਉਹਨੂੰ ਔਨ ਦੀ ਸਪੌਟ ਵਰਕਿੰਗ ਆਵਰਸ ਦੇ ਵਿੱਚ, ਕਿਉਂਕਿ ਸਾਰੇ ਅਵੇਲੇਬਲ ਹੋਣਗੇ, ਤੁਹਾਡੇ ਲੈਬ ਅਟੈਂਡੈਂਟਸ ਵੀ ਉਸੇ ਟਾਈਮ 'ਤੇ ਹੋਣਗੇ, ਪ੍ਰੋਫੈਸਰਸ ਵੀ ਹੋਣਗੇ, ਉਹ ਉਸ ਟਾਈਮ ਦੇ ਉੱਪਰ ਆ ਕੇ ਤੁਹਾਨੂੰ ਸਾਂਭ ਸਕਦੇ ਆ। ਅਦਰਵਾਈਜ਼ ਜੇ ਤੁਸੀਂ ਐਬਨੋਰਮਲ ਵਰਕਿੰਗ ਆਵਰਸ 'ਚ ਕੰਮ ਕਰ ਰਹੇ ਹੋ ਜਾਂ ਸ਼ਾਮ ਨੂੰ ਕਰ ਰਹੇ ਹੋ ਜਾਂ ਰਾਤ ਨੂੰ ਕਰ ਰਹੇ ਹੋ, ਸੋ ਉਹ ਤੁਹਾਨੂੰ ਟ੍ਰੀਟਮੈਂਟ ਉਸ ਟਾਈਮ 'ਤੇ ਨਹੀਂ ਮਿਲੇਗੀ। Next we have treat all the chemicals in the lab as if they were toxic. This is a very good line I should say. ਉਹ ਕਹਿੰਦਾ ਵੀ ਹਰੇਕ ਕੈਮੀਕਲ ਨੂੰ ਐਦਾਂ ਹੱਥ ਲਗਾਓ ਕਿ ਇਹ ਟੌਕਸਿਕ ਆ, ਇਹਦਾ ਮਤਲਬ ਉਸ ਤੋਂ ਬਚ ਕੇ ਰਹੋ। ਸੋ ਜ਼ਿਆਦਾ ਕਿਸੇ ਵੀ ਕੈਮੀਕਲ ਦੇ ਇਨ ਟੱਚ ਨਹੀਂ ਆਉਣਾ, ਨਾ ਹੀ ਉਹਨੂੰ ਆਪਣੀ ਸਕਿਨ ਦੇ ਉੱਤੇ ਲੱਗਣ ਦੇਣਾ, ਠੀਕ ਹੈ। ਆਪਣੇ ਹੈਂਡਸ ਦੇ ਉੱਪਰ ਗਲਵਜ਼ ਪਾ ਕੇ ਕੈਮੀਕਲਸ ਨੂੰ ਤੁਸੀਂ ਹੈਂਡਲ ਕਰੋ, ਠੀਕ ਹੈ। ਸੋ ਦਿਸ ਇਜ਼ ਅ ਕਾਈਂਡ ਆਫ ਅ ਪ੍ਰੋਟੈਕਟਿਵ ਗਾਈਡਲਾਈਨ ਆਈ ਸ਼ੁਡ ਸੇ। ਹਾਂ, ਦੋ ਚੀਜ਼ਾਂ ਇੱਥੇ ਬਹੁਤ ਇੰਪੋਰਟੈਂਟ ਆ। ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਵੀ ਮਾਊਥ ਪਿਪਟਿੰਗ। ਜੇ ਮੂੰਹ ਨਾਲ ਤੁਸੀਂ ਕੋਈ ਚੀਜ਼ ਸੱਕ ਕਰ ਰਹੇ ਹੋ ਜਾਂ ਕੋਈ ਸੋਲਿਊਸ਼ਨ ਹੈ ਜਿਹੜਾ ਐਸਿਡਿਕ ਹੈ ਜਾਂ ਬਹੁਤ ਜ਼ਿਆਦਾ ਐਲਕਲੀ ਦੇ ਵਿੱਚ ਹੈਗਾ, ਤਾਂ ਉਹ ਡੇਂਜਰਸ ਹੋ ਸਕਦਾ। ਉਹਦੇ ਕੁਝ ਬਬਲਸ ਜਾਂ ਉਹਦਾ ਕੁਝ ਫਲੂਇਡ ਤੁਹਾਡੇ ਮੂੰਹ ਦੇ ਵਿੱਚ ਜਾ ਸਕਦਾ। ਸੋ ਉੱਥੇ ਤੁਸੀਂ ਕੀ ਕਰਨਾ ਹੈ ਕਿ ਸਕਿੰਗ ਪੰਪਸ ਯੂਜ਼ ਕਰ ਸਕਦੇ ਹੋ, ਡਿਸਪੈਂਸਰ ਯੂਜ਼ ਕਰ ਸਕਦੇ ਹੋ, ਕਿਸੇ ਵੀ ਤਰੀਕੇ ਦਾ ਕੋਈ ਹੋਰ ਮੈਕੈਨਿਜ਼ਮ ਬਣਾ ਕੇ ਉਹਨੂੰ ਬਾਹਰ ਕੱਢਿਆ ਜਾ ਸਕਦਾ, ਬਜਾਏ ਕਿ ਤੁਸੀਂ ਉਹਨੂੰ ਮੂੰਹ ਨਾਲ ਸੱਕ ਕਰੋ, ਠੀਕ ਹੈ। ਦੈਟ ਇਜ਼ ਅਗੇਨ ਲਾਈਕ ਪ੍ਰੀਵੈਂਟਿਵ ਕਾਈਂਡ ਆਫ ਅ ਮੈਜਰ। ਸੋ ਦੂਜੀ ਚੀਜ਼ ਹੈਗੀ ਹੈ ਕਿ ਜਦੋਂ ਕੋਈ ਕੈਮੀਕਲ ਵੋਲੇਟਾਈਲ ਹੈ ਜਾਂ ਟੌਕਸਿਕ ਹੈ, ਸੋ ਉਹਨੂੰ ਫਿਊਮ ਚੈਂਬਰ ਦੇ ਵਿੱਚ ਖੋਲ੍ਹਿਆ ਜਾਵੇ। ਸੋ ਤੁਸੀਂ ਕੈਮਿਸਟਰੀ ਦੇ ਵਿੱਚ ਦੇਖੇ ਹੋਣੇ ਨੇ ਫਿਊਮ ਚੈਂਬਰਸ। ਸੋ ਫਿਊਮ ਚੈਂਬਰ ਇੱਕ ਚੈਂਬਰ ਹੈ ਜਿਹਦੇ ਬਾਹਰ ਇੱਕ ਐਗਜ਼ੌਸਟ ਫੈਨ ਲੱਗਿਆ ਹੁੰਦਾ। ਸੋ ਤੁਸੀਂ ਕੋਈ ਵੀ ਕੈਮੀਕਲ ਜਦੋਂ ਖੋਲ੍ਹਣਾ ਹੈ ਜਿਹੜਾ ਕਿ ਟੌਕਸਿਕ ਹੈ, ਉਹਨੂੰ ਫਿਊਮ ਚੈਂਬਰ ਦੇ ਵਿੱਚ ਕਰਕੇ ਉਹਨੂੰ ਓਪਨ ਕਰਨਾ, ਤਾਂ ਕਿ ਉਹਦੇ ਜਿਹੜੇ ਫਿਊਮਸ ਨੇ ਉਹ ਸਾਰੇ ਬਾਹਰ ਚਲੇ ਜਾਣ, ਤਾਂ ਕਿ ਤੁਹਾਡੇ ਅੰਦਰ ਉਹ ਕੈਮੀਕਲ ਨਾ ਜਾ ਸਕੇ, ਠੀਕ ਹੈ। So at the end of the experiments, you should wash your hands with soap and clean water. So this is again a mandatory thing after every experiment in zoology, chemistry or physics. So ਬਾਹਰ ਜਾਣ ਤੋਂ ਪਹਿਲਾਂ ਆਪਣੇ ਹੱਥ ਜ਼ਰੂਰ ਧੋ ਲਓ। Next we have adhere to the electrical safety guidelines. So ਇਹ ਜ਼ਿਆਦਾ pertaining ਕਰਦਾ to the equipments and the physics labs. So ਉਹਦੇ 'ਚ ਕੀ ਹੁੰਦਾ ਬੱਚਿਓ ਕਿ ਜਿੰਨੇ ਵੀ ਆਪਣੇ ਇੰਸਟਰੂਮੈਂਟਸ ਨੇ ਜਿਹੜੇ ਕਿ ਹੈਵੀ ਇਲੈਕਟ੍ਰੀਸਿਟੀ ਦੇ ਉੱਪਰ ਚੱਲਦੇ ਆ, ਜਿੱਦਾਂ ਕਿ ਅਵਨਸ ਹੁੰਦੇ ਆ, BODs ਹੁੰਦੀਆਂ, ਰੈਫਰੀਜਰੇਟਰ ਆ, ਸੈਂਟਰੀਫਿਊਜਸ ਆ, ਇਹ ਸਾਰੇ ਹੀ ਹਾਈ ਵੋਲਟੇਜ ਵਾਲੇ ਇਕੁਇਪਮੈਂਟਸ ਹੈਗੇ ਆ। ਇਹਦੇ ਵਿੱਚ ਤੁਹਾਨੂੰ ਇਲੈਕਟ੍ਰੀਕਲ ਸੇਫਟੀ ਦਾ ਵੀ ਧਿਆਨ ਰੱਖਣਾ ਚਾਹੀਦਾ। ਸੋ ਜੇ ਤੁਸੀਂ ਕਿਸੇ ਨੂੰ ਆਪਣੀ ਤਾਰ ਹੈ ਜਿਹੜੀ ਉਹ ਐਕਸਟੈਂਡ ਕਰਕੇ ਲਗਾਈ ਹੈ, ਐਕਸਟੈਂਸ਼ਨ ਲਾਈ ਆ, ਉੱਥੇ ਤੁਸੀਂ ਦੇਖੋ ਵੀ ਪ੍ਰੋਪਰ ਉਹਦੇ ਸਵਿਚਸ ਲੱਗੇ ਹੋਏ ਨੇ, ਪਲੱਗ ਲੱਗੇ ਹੋਏ ਆ। ਜੇ ਨਹੀਂ ਲੱਗੇ ਹੋਏ ਦੈਨ ਕਿਸੇ ਲੈਬ ਅਟੈਂਡੈਂਟ ਨੂੰ ਕਿਹਾ ਜਾਵੇ ਕਿ ਇਹਨੂੰ ਲਾਇਆ ਜਾਵੇ, ਫਿਰ ਅਸੀਂ ਇਕੁਇਪਮੈਂਟ ਚਲਾਵਾਂਗੇ। ਸੋ ਦੈਟ ਇਜ਼ ਅ ਕਾਈਂਡ ਆਫ ਅ ਮੈਂਡੇਟਰੀ ਥਿੰਗ। ਸੋ ਇੱਥੇ ਇੱਕ ਚੀਜ਼ ਲਿਖੀ ਹੋਈ ਹੈ ਕਿ ਹਰੇਕ ਲੈਬ ਦੇ ਵਿੱਚ ਬੱਚਿਓ ਇੱਕ ਲੈਬ ਟੈਕਨੀਸ਼ੀਅਨ ਹੋਣਾ ਜ਼ਰੂਰੀ ਹੈ। ਸੋ ਜਿੱਦਾਂ ਆਪਣੇ ਲੈਬਸ ਦੇ ਵਿੱਚ JLA ਜੂਨੀਅਰ ਲੈਬ ਅਟੈਂਡੈਂਟ, SLA ਸੀਨੀਅਰ ਲੈਬ ਅਸਿਸਟੈਂਟ ਜਾਂ ਅਟੈਂਡੈਂਟ ਇਹ ਹੁੰਦੇ ਨੇ। ਸੋ SLAs ਵੈਸੇ ਸੀਨੀਅਰ ਲੈਕਚਰ ਅਟੈਂਡੈਂਟਸ ਹੁੰਦੇ ਨੇ, ਠੀਕ ਹੈ। ਸੋ ਇਹ ਉਹਨਾਂ ਦਾ ਕੰਮ ਹੋ ਸਕਦਾ ਕਿ ਉਹ ਇਲੈਕਟ੍ਰੀਕਲ ਸੇਫਟੀ ਗਾਈਡਲਾਈਨਸ ਨੂੰ ਫੋਲੋ ਕਰਕੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਪ ਟੂ ਡੇਟ ਰੱਖਣ। ਨੈਕਸਟ ਵੀ ਹੈਵ ਦ ਲੇਜ਼ਰ ਯੂਜ਼ ਸੇਫਟੀ ਗਾਈਡਲਾਈਨਸ। ਸੋ ਇੱਥੇ ਬੱਚਿਓ ਫਿਜ਼ਿਕਸ ਦੇ ਐਕਸਪੈਰੀਮੈਂਟਸ ਤੁਸੀਂ ਆਮ ਤੌਰ 'ਤੇ ਦੇਖਿਆ ਹੋਣਾ ਕਿ ਜਿਹੜੇ ਲੇਜ਼ਰ ਨਾਲ ਰਿਲੇਟਡ ਐਕਸਪੈਰੀਮੈਂਟਸ ਹੈਗੇ ਆ, ਉੱਥੇ ਬਹੁਤ ਧਿਆਨ ਰੱਖਣ ਦੀ ਲੋੜ ਹੈਗੀ ਆ। ਜਿਹੜੀ ਲੇਜ਼ਰ ਆ ਉਹ ਬੋਡੀ ਦੀ ਸਕਿਨ ਦੇ ਉੱਪਰ, ਬੋਡੀ ਦੇ ਕਿਸੇ ਨੇਕਡ ਪਾਰਟ ਦੇ ਉੱਪਰ ਨਹੀਂ ਪੈਣੀ ਚਾਹੀਦੀ। ਸੋ ਇੱਥੇ ਪ੍ਰੋਟੈਕਟਿਵ ਆਈ ਵੀਅਰ ਇਜ਼ ਵੈਰੀ ਮਚ ਰਿਕਮੈਂਡਡ, ਜਿਹੜੇ ਕਿ ਕਲਾਸ ਆਫ ਦੀ ਲੇਜ਼ਰਸ 3A 3B ਔਰ 4 ਨੂੰ ਅਵੋਇਡ ਕਰਦਾ, ਠੀਕ ਹੈ। ਸੋ ਜਿਹੜੇ ਮਿਰਰਸ ਨੇ, ਜਵੈਲਰੀ ਆ, ਇਹਨੂੰ ਰਿਮੂਵ ਕਰਕੇ ਹੀ ਤੁਸੀਂ ਜਿਹੜੀ ਲੇਜ਼ਰ ਦੇ ਇਕੁਇਪਮੈਂਟ ਨੇ ਉਹ ਯੂਜ਼ ਕਰਨੇ।
ਸੋ ਲੇਜ਼ਰ ਦੀ ਜਿਹੜੀ ਵਾਰਨਿੰਗ ਹੁੰਦੀ ਆ ਉਹ ਹੁੰਦੀ ਹੈ ਕਿ ਵੀਅਰ PPE। ਵਟ ਇਜ਼ PPE? ਇਟ ਇਜ਼ ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ। ਠੀਕ ਹੈ। ਸੋ ਜਿਹੜੇ PPEs ਹੁੰਦੇ ਨੇ ਇਹ ਬਹੁਤ ਜ਼ਰੂਰੀ ਨੇ ਪਾਉਣੇ। ਜਿੱਦਾਂ ਕਿ ਆਪਾਂ ਕੋਵਿਡ ਵੈਕਸੀਨੇਸ਼ਨ ਦੇ ਵਿੱਚ ਦੌਰਾਨ ਇਹ ਦੇਖਿਆ ਸੀਗਾ ਕਿ ਜਿਹੜੇ ਕੋਵਿਡ ਨੂੰ ਡੀਲ ਕਰਦੇ ਆ ਡਾਕਟਰਸ, ਉਹ ਇੱਕ PPE ਕਿੱਟ ਪਾ ਕੇ ਡੀਲ ਕਰਦੇ ਆ। ਵਾਈਟ ਕਿੱਟ ਹੁੰਦੀ ਹੈ, ਉਹ ਬੰਦੇ ਨੂੰ ਬਿਲਕੁਲ ਐਨਕਲੋਜ਼ ਕਰ ਦਿੰਦੀ ਹੈ। ਸੋ ਦੈਟ ਇਜ਼ ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ। ਸੋ ਇਹ ਬਹੁਤ ਜ਼ਰੂਰੀ ਹੈਗਾ। ਸੋ ਬੱਚਿਓ, ਆਫਟਰ ਦਿਸ we have the second, you can say, the type of the safety rules, which are the chemical safety rules. So a bacheo, they pertain to the you can say the noxious or the toxic chemicals. So ਇਹਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਹੈ ਉਹ ਹੈਗਾ learn the universal chemical safety codes and pictograms. So that is very very important thing ਕਿ ਜਿੰਨੇ ਵੀ ਟੌਕਸਿਕ ਬੱਚੇ ਕੈਮੀਕਲ ਹੁੰਦੇ ਆ ਉਹਨਾਂ ਦੇ ਉੱਪਰ ਇੱਕ ਨਾ ਕੋਡ ਲੱਗਿਆ ਹੁੰਦਾ, ਇੱਕ ਪਿਕਚਰ ਹੁੰਦੀ ਹੈ, ਪਿਕਟੋਗ੍ਰਾਮ ਬਣਿਆ ਹੁੰਦਾ ਜਿਹਦੇ ਉੱਤੇ ਇੱਕ ਸਕਲ ਹੁੰਦੀ ਹੈ, 2 ਬੋਨਸ ਹੁੰਦੀਆਂ। ਸੋ ਜੇ ਉਹ ਕੈਮੀਕਲ ਦੇ ਉੱਤੇ ਬਣਿਆ ਹੋਇਆ ਇਹਦਾ ਮਤਲਬ ਉਹ ਹਾਈਲੀ ਟੌਕਸਿਕ ਆ, ਉਹਦੇ ਬਹੁਤ ਹਾਈਲੀ ਪੋਟੈਂਸ਼ੀਅਲ ਹਿਊਮਨ ਹੈਲਥ ਹੈਜ਼ਰਡਸ ਹੋ ਸਕਦੇ ਆ। ਇਹ ਬੜੀ ਇੱਕ ਇੰਪੋਰਟੈਂਟ ਚੀਜ਼ ਆ ਬੱਚਿਓ ਕਿ ਤੁਸੀਂ ਲੈਬ ਦੇ ਵਿੱਚ ਤਾਂ ਉਹਨੂੰ ਹੈਂਡਲ ਕਰ ਲਿਆ। ਮੰਨ ਲਓ ਜਿਹੜਾ ਤੁਸੀਂ ਕੈਮੀਕਲ ਯੂਜ਼ ਕਰ ਰਹੇ ਹੋ, ਤੁਸੀਂ ਗਲਵਜ਼ ਵੀ ਪਾ ਲਏ, ਤੁਸੀਂ ਫਿਊਮ ਹੁੱਡ ਵੀ ਯੂਜ਼ ਕਰ ਲਈ, ਤੁਸੀਂ ਉਹਦੇ ਨਾਲ ਐਕਸਪੈਰੀਮੈਂਟ ਵੀ ਕਰ ਲਿਆ। ਹੁਣ ਉਹ ਚੀਜ਼ ਤੁਹਾਡੇ ਕੰਮ ਦੀ ਨਹੀਂ ਰਹੀ। ਮੰਨ ਲਓ ਇੱਕ ਬੀਕਰ ਦੇ ਵਿੱਚ ਉਹ ਕੈਮੀਕਲ ਪਿਆ ਘੁਲਿਆ ਹੋਇਆ, ਉਹ ਸੋਲਿਊਸ਼ਨ ਫਾਰਮ ਦੇ ਵਿੱਚ ਹੈਗਾ। ਹੁਣ ਅਗਲੀ ਗੱਲ ਆਉਂਦੀ ਹੈ ਕਿ ਤੁਸੀਂ ਉਹਨੂੰ ਲੈਬ ਦੇ ਵਿੱਚ ਡੋਲਣਾ ਕਿੱਥੇ ਆ? ਉਹਨੂੰ ਤੁਸੀਂ ਮਤਲਬ ਉਹਨੂੰ ਤੁਸੀਂ ਇੱਦਾਂ ਹੀ ਸਿੰਕ ਦੇ ਵਿੱਚ ਪਾ ਦੇਣਾ ਕਿ ਉਹਦੇ ਕੁਝ ਪ੍ਰੋਟੋਕੋਲਸ ਨੇ। ਸੋ ਇਹਦੇ ਬਾਰੇ ਜਾਣਕਾਰੀ ਤਾਂ ਹੀ ਮਿਲੇਗੀ ਜੇ ਕੈਮੀਕਲ ਸੇਫਟੀ ਕੋਡਸ ਦਾ ਪਤਾ ਹੋਏਗਾ। ਹਰੇਕ ਕੈਮੀਕਲ ਨੂੰ ਤੁਸੀਂ ਕਹਿ ਸਕਦੇ ਹੋ ਕਿ ਉਹਨੂੰ ਕੱਢਣ ਤੋਂ ਪਹਿਲਾਂ, ਉਹਨੂੰ ਲੈਬ ਦੇ ਵਿੱਚ ਸਿੰਕ ਦੇ ਵਿੱਚ ਪਾਉਣ ਤੋਂ ਪਹਿਲਾਂ ਉਹਨੂੰ ਬੱਚਿਓ ਡੀਟੌਕਸੀਫਾਈ ਕਰਨਾ ਬੜਾ ਜ਼ਰੂਰੀ ਹੈ। ਸੋ ਉਹਦੇ ਮੈਥਡ ਹੁੰਦੇ ਨੇ। ਕਈ ਚਾਰਕੋਲ ਦੇ ਨਾਲ ਡੀਟੌਕਸੀਫਾਈ ਕਰਦੇ ਆ, ਕਈ ਉਹਨਾਂ ਨੂੰ ਮਿੱਟੀ ਦੇ ਵਿੱਚ ਦੱਬਦੇ ਆ ਕਾਫੀ ਡੂੰਘਾ। ਕਈਆਂ ਨੂੰ ਕੈਮੀਕਲੀ ਉਹਨਾਂ ਨੂੰ ਡੈਰੀਵੇਟਾਈਜ਼ ਕਰਕੇ ਉਹਨਾਂ ਨੂੰ ਨਾਨ ਟੌਕਸਿਕ ਬਣਾਇਆ ਜਾਂਦਾ। ਸੋ ਇਸ ਕਰਕੇ ਉਹਨਾਂ ਦੀ ਹੈਂਡਲਿੰਗ ਤਾਂ ਇੰਪੋਰਟੈਂਟ ਹੈਗੀ, ਪਰ ਉਹਨਾਂ ਦੀ ਜਿਹੜੀ ਉਹਨੂੰ ਬਾਅਦ 'ਚ ਡਿਸਪੋਜ਼ ਆਫ ਕਰਨਾ ਹੈਗਾ ਉਹ ਵੀ ਦੇਖਣਾ ਪੈਣਾ ਆਪਾਂ ਨੂੰ। ਠੀਕ ਹੈ। ਸੋ ਦੈਟ ਇਜ਼ ਵਿਦ ਦ ਲਰਨਿੰਗ ਆਫ ਦ ਯੂਨੀਵਰਸਲ ਕੈਮੀਕਲ ਸੇਫਟੀ ਕੋਡਸ। ਅੱਗੇ ਚੱਲੀਏ ਬੱਚਿਓ। So you have to read and understand the chemical MSDS. So now what is MSDS? So actually this is the material safety data sheet. So ਇਹ ਡਾਟਾ ਸ਼ੀਟਸ ਨੇ ਜਿਹੜੀਆਂ ਇਹ ਹਰੇਕ ਕੈਮੀਕਲ ਵਾਸਤੇ ਅਵੇਲੇਬਲ ਨੇ। ਜੇ ਤੁਸੀਂ ਮੰਨ ਲਓ ਇੱਕ ਕੈਮੀਕਲ ਆ, ਸਪੋਜ਼ ਇਟ ਇਜ਼ ਕੋਈ ਡਾਈ ਆ ਸਪੋਜ਼, ਠੀਕ ਹੈ। ਸੋ ਉਹ ਡਾਈ ਫਲੋਰੀਸੈਂਟ ਡਾਈ ਹੈ। ਸੋ ਇਟ ਕੈਨ ਬੀ ਸਪੋਜ਼ ਇਟ ਇਜ਼ ਐਥੀਡੀਅਮ ਬਰਮਾਈਡ, ਠੀਕ ਹੈ। ਹੁਣ ਐਥੀਡੀਅਮ ਬਰਮਾਈਡ ਦੀ ਇਹ ਜਿਹੜੀ ਸੇਫਟੀ ਡਾਟਾ ਸ਼ੀਟ ਹੈ ਉਹਨੂੰ ਪਹਿਲਾਂ ਖੋਲ੍ਹ ਕੇ ਉਹਨੂੰ ਪੜ੍ਹੋ ਉਹਦੇ ਵਿੱਚ। ਐਂਡ ਇਫ ਯੂ ਲਾਈਕ ਗੂਗਲ ਇਟ, ਇਫ ਯੂ ਪੁੱਟ ਇਟ ਇਨ ਗੂਗਲ ਐਂਡ ਸਰਚ ਫॉर ਐਥੀਡੀਅਮ ਬਰਮਾਈਡ, ਇਹ ਬੱਚਿਓ ਵਿਕੀਪੀਡੀਆ ਦੇ ਵਿੱਚ ਉਹਦਾ ਪ੍ਰੋਪਰ ਨਾਮ, IUPAC ਨੇਮ, ਕੈਮੀਕਲ ਕਿਸ ਕੈਟਾਗਰੀ ਦਾ, ਇਹ ਟੌਕਸਿਕ ਹੈ ਕਿ ਨਹੀਂ, ਇਹਦੇ ਡਿਸਪੋਜ਼ਿੰਗ ਦੇ ਫੈਕਟਰਸ ਕਿਹੜੇ ਉਹ ਸਭ ਕੁਝ ਸਾਨੂੰ ਪਤਾ ਲੱਗ ਜਾਂਦਾ। ਸੋ ਇਸ ਕਰਕੇ ਇਹ ਜਿਹੜੀ ਡਾਟਾ ਸ਼ੀਟ ਹੈਗੀ ਹੈ ਇਹਨੂੰ ਪੜ੍ਹਨਾ ਜਾਂ ਇੰਟਰਨੈਟ ਤੋਂ ਉਹਦੇ ਬਾਰੇ ਪੜ੍ਹ ਕੇ ਕੰਮ ਕਰਨਾ ਕਾਫੀ ਇੰਪੋਰਟੈਂਟ ਹੋ ਜਾਂਦਾ। ਨੈਕਸਟ ਇਜ਼ ਲੇਬਲ ਰੀਜੈਂਟ ਐਲੀਕੁਇਡਸ ਪ੍ਰੋਪਰਲੀ। ਸੋ ਇਹ ਕਹਿ ਰਿਹਾ ਕਿ ਜਦੋਂ ਵੀ ਤੁਸੀਂ ਕੋਈ ਕੈਮੀਕਲ ਬਣਾ ਕੇ ਰੱਖਦੇ ਹੋ ਆਪਣੀ ਲੈਬ ਦੇ ਵਿੱਚ, ਸਪੋਜ਼ ਤੁਸੀਂ ਸੋਡੀਅਮ ਹਾਈਡਰੋਕਸਾਈਡ ਦਾ ਸੋਲਿਊਸ਼ਨ ਬਣਾਇਆ ਐਂਡ ਉਹ ਕਾਫੀ ਜ਼ਿਆਦਾ ਕੰਸਨਟ੍ਰੇਟਡ ਹੈ, ਸੋ ਉਹਦੇ ਉੱਤੇ ਲੇਬਲ ਜ਼ਰੂਰ ਲਾਓ। ਇਹ ਨਾ ਹੋਵੇ ਵੀ ਕੱਲ੍ਹ ਨੂੰ ਕੋਈ ਉਸ ਕੈਮੀਕਲ ਨੂੰ ਹੈਂਡਲ ਇੰਪਰੋਪਰਲੀ ਕਰ ਲਏ ਕਿਉਂਕਿ ਤੁਸੀਂ ਲੇਬਲ ਨਹੀਂ ਸੀ ਲਾਇਆ, ਉਹਨੂੰ ਪਾਣੀ ਸਮਝ ਕੇ ਯੂਜ਼ ਕਰ ਲਵੇ ਜਾਂ ਉਹਦੇ ਸਕਿਨ ਦੇ ਉੱਪਰ ਲੱਗ ਜੇ ਤਾਂ ਉਹਦੇ ਨਾਲ ਕੋਈ ਐਕਸੀਡੈਂਟ ਹੋ ਸਕਦਾ। ਨੈਕਸਟ ਇਜ਼ ਫੋਲੋ ਦ ਗਾਈਡਲਾਈਨਸ ਔਨ ਦ ਸਟੋਰੇਜ ਆਫ ਦ ਕੈਮੀਕਲਸ। ਅਗੇਨ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਥਿੰਗ। ਕੈਮੀਕਲ ਦੀ ਜਿਹੜੀ ਬੋਟਲ ਹੁੰਦੀ ਆ ਉਹਦੇ ਉੱਪਰ ਬੱਚੇ ਉਹਦੇ ਸਟੋਰੇਜ ਗਾਈਡਲਾਈਨਸ ਲਿਖੀਆਂ ਹੁੰਦੀਆਂ ਕਿ ਉਹਨੂੰ ਕਿਸ ਟੈਂਪਰੇਚਰ ਦੇ ਉੱਤੇ ਰੱਖਣਾ,
किस हिसाब नाल रखना है, ये ब्लैक बॉटल 'ਚ ਹੀ ਚਾਹੀਦਾ ਜਾਂ ਇਹ ਵਾਈਟ ਕਲਰ ਦੀ ਬੋਟਲ ਚਾਹੀਦਾ, ਗਲਾਸ ਦਾ ਕਲਰ ਕਿਹੜਾ ਚਾਹੀਦਾ, ਇਹ ਪਲਾਸਟਿਕ ਦੀ ਬੋਟਲ 'ਚ ਜਾ ਸਕਦਾ ਕਿ ਨਹੀਂ ਜਾ ਸਕਦਾ। ਇਹ ਸਾਰੀਆਂ ਸਟੋਰੇਜ ਆਫ ਕੈਮੀਕਲਸ ਦੀਆਂ ਗਾਈਡਲਾਈਨਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਸੋ ਕਈ ਕੈਮੀਕਲਸ ਬਿਲੋ 37 ਡਿਗਰੀ ਟੈਂਪਰੇਚਰ ਰੱਖਣੇ ਹੁੰਦੇ ਨੇ, ਕਈ ਉਸ ਤੋਂ ਹਾਇਰ ਰਹਿ ਸਕਦੇ ਆ, ਕਈਆਂ ਨੂੰ ਫਰੀਜ਼ ਕਰਕੇ ਰੱਖਣਾ ਪੈਂਦਾ। ਸੋ ਦੈਟ ਸ਼ੁੱਡ ਬੀ ਇਨ ਯੂਰ ਮਾਈਂਡ। Okay, bachcho, so at the last we have the third category of the rules, and this is for the individual responsibility. Again, this is very, very important. So just like we have gone through the PPE. PPE is personal protection equipment. Personal, that refers to the individual, that refers to you. ਤੁਸੀਂ ਕਿਹੜੇ ਰੂਲ ਫੋਲੋ ਕਰਨੇ ਆ, ਠੀਕ ਹੈ। ਸੋ ਇਹਦੇ ਵਿੱਚ ਹੈਗਾ ਬੱਚਿਓ ਕਿ ਵੀ ਹੈਵ ਆ ਲੈਬੋਰੇਟਰੀ ਡਰੈਸ ਕੋਡ। ਸੋ ਹਰੇਕ ਲੈਬ ਦੇ ਆਪਣੇ ਡਰੈਸ ਕੋਡਸ ਹੁੰਦੇ ਆ। ਸੋ ਡਰੈਸ ਕੋਡ ਦਾ ਮਤਲਬ ਇਹ ਨਹੀਂ ਹੈ ਕਿ ਉਹਦਾ ਸਿਰਫ ਕਲਰ ਹੀ ਡਿਫਰੈਂਟ ਆ, ਪਰ ਉਹਦੇ ਵਿੱਚ ਬੱਚਿਓ ਕਈਆਂ ਦੀਆਂ ਅੱਧੀਆਂ ਬਾਹਾਂ ਹੁੰਦੀਆਂ। ਸਪੋਜ਼ ਨਰਸਿਸ ਆ, ਉਹਨਾਂ ਨੂੰ ਹਾਫ ਜਿਹੜੀ ਬਾਂਹ ਦੀ ਜਿਹੜੀ ਸ਼ਰਟ ਆ ਉਹ ਪਾਉਣੀ ਹੁੰਦੀ ਆ ਉਹਨਾਂ ਨੇ। ਕਈਆਂ ਨੇ ਪੂਰੀਆਂ ਬਾਹਾਂ ਦੀਆਂ ਸ਼ਰਟਸ ਪਾਉਣੀਆਂ ਹੁੰਦੀਆਂ, ਕਈਆਂ ਨੇ ਉੱਤੇ ਐਪਰਨ ਪਾਉਣਾ ਹੁੰਦਾ। ਇਹ ਸਾਰੀਆਂ ਚੀਜ਼ਾਂ ਇੱਕ ਖਾਸ ਤਰ੍ਹਾਂ ਦੇ ਇਨਵਾਇਰਮੈਂਟ 'ਚ ਕੰਮ ਕਰਨ ਲਈ ਬਣਾਈਆਂ ਗਈਆਂ ਨੇ, ਠੀਕ ਹੈ। ਸੋ ਜਿੱਦਾਂ ਇਹਨੇ ਲਿਖਿਆ ਕਿ ਕੈਮੀਕਲ ਔਰ ਬਾਇਓਲੋਜੀਕਲ ਸਪਿਲਸ ਨੂੰ ਰੋਕਣ ਵਾਸਤੇ ਆਪਾਂ ਨੂੰ ਪੂਰੀਆਂ ਲੱਤਾਂ ਤੇ ਪੂਰੀਆਂ ਬਾਹਾਂ ਦੇ ਕੱਪੜੇ ਪਾਉਣੇ ਚਾਹੀਦੇ ਆ। ਸੋ ਦਿਸ ਇਜ਼ ਵਨ ਆਫ ਦੀ ਲਾਈਕ ਕੋਡ ਫੋਰ ਦੀ ਲੈਬੋਰੇਟਰੀ ਡਰੈਸ। ਨੈਕਸਟ ਅੱਗੇ ਬੱਚੇ ਹੈਗਾ ਕਿ ਫਲੈਟ ਸ਼ੂਜ਼ ਦੇ ਆਰ ਰਿਕਮੈਂਡਡ। ਸੋ ਕਦੀ ਵੀ ਲੈਬ ਦੇ ਵਿੱਚ ਅੱਡੀ ਵਾਲੇ ਸ਼ੂਜ਼ ਨਹੀਂ ਪਾ ਕੇ ਜਾਈਦੇ, ਠੀਕ ਹੈ। ਸੋ ਕਿਉਂਕਿ ਜੇ ਤੁਸੀਂ ਲੌਂਗ ਪੀਰੀਅਡਸ ਉੱਥੇ ਬਿਤਾਉਣੇ ਆ ਤਾਂ ਉੱਥੇ ਤੁਹਾਡੇ ਸ਼ੂਜ਼ ਬੜੇ ਕੰਫਰਟੇਬਲ ਹੋਣੇ ਚਾਹੀਦੇ ਆ, ਵੈਲ ਫਿਟ ਸ਼ੂਜ਼ ਹੋਣੇ ਚਾਹੀਦੇ ਆ। ਨੈਕਸਟ ਹੈਗਾ ਕਿ ਹੇਅਰ ਬਿਯੋਂਡ ਦਾ ਚਿਨ ਲੈਂਥ ਸ਼ੁੱਡ ਬੀ ਟਾਈਡ ਬੈਕ। ਸੋ ਜਦੋਂ ਵੀ ਤੁਸੀਂ ਐਕਸਪੈਰੀਮੈਂਟ ਕਰਨੇ ਆ ਆਪਣੇ ਬਾਲ ਹਮੇਸ਼ਾ ਬੰਨ੍ਹ ਕੇ ਰੱਖਣੇ ਆ, ਠੀਕ ਹੈ। ਸੋ ਦੈਟ ਇਜ਼ ਅਗੇਨ ਯੂ ਕੈਨ ਸੇ ਪ੍ਰੀਕਾਸ਼ਨਰੀ ਮੈਜਰ। Then we have the dangling jewelry on your hands, neck and he should be removed. So ਕਿਸੇ ਵੀ ਤਰ੍ਹਾਂ ਦਾ ਇੱਦਾਂ ਦਾ ਕੋਈ ਚੀਜ਼ ਨਾ ਪਾਈ ਹੋਵੇ ਤਾਂ ਬੈਟਰ ਹੈ। Next we have the use of the PPE during the experiments. ਸੋ ਜਿਹੜੇ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟਸ ਨੇ ਉਹ ਜ਼ਰੂਰ ਯੂਜ਼ ਕਰਨੇ ਚਾਹੀਦੇ ਆ। ਜਿੱਦਾਂ ਜੇ ਕੋਈ ਤੁਸੀਂ UV ਦੇ ਨਾਲ ਕੋਈ ਐਕਸਪੈਰੀਮੈਂਟ ਕਰ ਰਹੇ ਹੋ ਤਾਂ ਤੁਹਾਡੇ ਕੋਲ ਇੱਕ ਪ੍ਰੋਪਰ ਆਈ ਗਲਾਸ ਜਿਹੜਾ ਕਿ UV ਪ੍ਰੋਟੈਕਸ਼ਨ ਵਾਲਾ ਹੋਵੇ ਉਹ ਤੁਸੀਂ ਜ਼ਰੂਰ ਪਾਉਣਾ। ਜੇ ਤੁਸੀਂ ਸਰਿੰਜਿਸ ਨਾਲ ਕੰਮ ਕਰ ਰਹੇ ਹੋ ਤਾਂ ਤੁਹਾਡੇ ਹੱਥਾਂ ਦੇ ਉੱਪਰ ਸਰਿੰਜ ਦੀ ਜਿਹੜੀ ਟਿਪ ਆ ਜਾਂ ਉਹਦੀ ਜਿਹੜੀ ਨੀਡਲ ਆ ਉਹ ਨਾ ਲੱਗੇ, ਇਸ ਚੀਜ਼ ਦਾ ਧਿਆਨ ਰੱਖਣਾ। ਓਕੇ, ਦੈਨ ਵੀ ਹੈਵ ਕੋਈ ਸਪੈਸੀਫਿਕ ਟਾਈਪ ਦੇ ਗਲਵਜ਼ ਨੇ ਉਹ ਤੁਸੀਂ ਉੱਥੇ ਪਾ ਸਕਦੇ ਹੋ, ਠੀਕ ਹੈ। ਜੇ ਕੋਈ ਡਿਫਰੈਂਟ ਟਾਈਪ ਦੇ ਕੁਝ ਕੈਮੀਕਲ ਨੇ, ਕੋਈ ਐਸਿਡਿਕ ਜਾਂ ਬੇਸਿਕ ਕੈਮੀਕਲਸ ਨੇ, ਉਹਨਾਂ ਵਾਸਤੇ ਤੁਸੀਂ ਸਪੈਸ਼ਲ ਟਾਈਪ ਦੇ ਗਲਵਜ਼ ਪਾ ਸਕਦੇ ਹੋ ਜਿਹੜੇ ਕਿ ਕੈਮੀਕਲੀ ਰੈਜ਼ਿਸਟੈਂਟ ਹੋਣ। ਅੱਛਾ, ਜੇ ਐਂਡ ਦੇ ਉੱਪਰ ਤੁਸੀਂ ਕੋਈ ਸੋਨੀਕੇਟਰਸ ਜਾਂ ਕੋਈ ਹੋਰ ਤਰ੍ਹਾਂ ਦਾ ਐਜੀਟੇਟਰ ਯੂਜ਼ ਕਰ ਰਹੇ ਹੋ ਤਾਂ ਤੁਸੀਂ ਈਅਰ ਪਲੱਗਸ ਲਾ ਸਕਦੇ ਹੋ ਕੰਨਾਂ ਦੇ ਵਿੱਚ, ਜਿਹਦੇ ਨਾਲ ਕਿ ਉਹਦੀ ਆਵਾਜ਼ ਤੁਹਾਡੇ ਕੰਨਾਂ 'ਚ ਨਾ ਜਾਵੇ। ਐਂਡ ਜਿਹੜੀਆਂ ਲੈਡ ਸ਼ੀਲਡਸ ਨੇ ਉਹ ਜ਼ਰੂਰ ਯੂਜ਼ ਕੀਤੀਆਂ ਜਾਣ ਜੇ ਤੁਸੀਂ ਰੇਡੀਓ ਐਕਟਿਵ ਕੈਮੀਕਲਸ ਨਾਲ ਕੰਮ ਕਰ ਰਹੇ ਹੋ। ਸੋ ਦੈਟਸ ਅਗੇਨ ਅ ਵੈਰੀ ਇੰਪੋਰਟੈਂਟ PPE protection guideline. Okay, next we have the emergency response under injury and exposure. ਸੋ ਬੱਚਿਓ ਇਹ ਆਪਾਂ ਪਹਿਲਾਂ ਹੀ ਪੜ੍ਹ ਕੇ ਹਟੇ ਹਾਂ ਕਿ ਹਰ ਬੰਦੇ ਨੂੰ ਇਹ ਸਿਖਾਉਣਾ ਚਾਹੀਦਾ ਕਿ ਜੇ ਇੱਦਾਂ ਦੀ ਗੱਲ ਹੋ ਜੇ ਤਾਂ ਕੀ ਕਰਨਾ ਚਾਹੀਦਾ। ਸੋ ਬਹੁਤ ਵਾਰ ਇੱਦਾਂ ਹੁੰਦਾ ਕਿ ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਇੰਜਰੀ ਹੋ ਜਾਂਦੀ ਹੈ, ਕੋਈ ਕੈਮੀਕਲ ਪੈ ਜਾਂਦਾ ਤਾਂ ਆਲੇ ਦੁਆਲੇ ਤੁਹਾਡੇ ਨਾਲ ਦੇ ਬੱਚਿਆਂ ਨੂੰ ਹੀ ਨਹੀਂ ਪਤਾ ਹੁੰਦਾ ਕਿ ਕੀ ਕਰਨਾ ਚਾਹੀਦਾ। ਮੰਨ ਲਓ ਕਿ ਹੱਥ 'ਤੇ ਐਸਿਡ ਹੀ ਪੈ ਗਿਆ, ਸੋ ਘੱਟੋ ਘੱਟ ਸਾਰਿਆਂ ਨੂੰ ਇਹ ਪਤਾ ਹੋਵੇ ਕਿ ਜੇ ਐਸਿਡ ਪੈ ਗਿਆ ਤਾਂ ਇਹਨੂੰ ਜਲਦੀ ਲਿਜਾ ਕੇ ਟੈਪ ਦੇ ਥੱਲੇ ਕੀਤਾ ਜਾਵੇ ਤਾਂ ਕਿ ਐਸਿਡ ਦਾ ਜਿਹੜਾ ਐਕਸ਼ਨ ਹੈ ਉਹ ਰਿਡਿਊਸ ਹੋ ਜਾਵੇ ਉਸੇ ਟਾਈਮ। ਮਿਨੀਮਮ ਜਿਹੜੀ ਫਸਟ ਏਡ ਹੈ ਉਹਦੇ ਬਾਰੇ ਹਰੇਕ ਬੰਦੇ ਨੂੰ ਪਤਾ ਹੋਣਾ ਚਾਹੀਦਾ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਥਿੰਗ। ਨੈਕਸਟ ਵੀ ਹੈਵ ਦੀ ਜਨਰਲ ਕੋਡ ਆਫ ਬਿਹੇਵੀਅਰ ਇਨ ਦਾ ਲੈਬ। ਸੋ ਬੱਚਿਓ ਬਹੁਤ ਇਹ ਇੰਪੋਰਟੈਂਟ ਹੈ ਇੰਡੀਵਿਜੂਅਲ ਐਸਪੈਕਟ ਦੇ ਉੱਪਰ ਕਿ ਆਪਾਂ ਇੱਕ ਜਨਰਲ ਕੋਡ ਆਫ ਬਿਹੇਵੀਅਰ ਨੂੰ ਮੇਨਟੇਨ ਕਰਕੇ ਚੱਲੀਏ ਇਨਸਾਈਡ ਦਾ ਲੈਬ। ਜਨਰਲ ਕੋਡ ਦਾ ਮਤਲਬ ਕੀ ਹੈ
ਕਿ ਜਦੋਂ ਲੈਬ ਦੇ ਵਿੱਚ ਐਕਸਪੈਰੀਮੈਂਟ ਹੋ ਰਿਹਾ, ਯੂ ਸ਼ੁੱਡ ਬੀ ਲਾਈਕ ਇਨਫ ਰਿਸਪੌਂਸੀਬਲ ਕਿ ਤੁਸੀਂ ਸਾਰਿਆਂ ਵਾਸਤੇ ਕੋਈ ਮਾੜੀ ਚੀਜ਼ ਨਾ ਕਰ ਦਿਓ, ਠੀਕ ਹੈ, ਬਿਹੇਵੀਅਰਲੀ ਵੀ ਅਤੇ ਵੈਸੇ ਵੀ, ਫਿਜ਼ੀਕਲੀ ਵੀ। ਸੋ ਕਈ ਬੱਚਿਆਂ ਨੂੰ ਆਦਤ ਹੁੰਦੀ ਹੈ ਕਿ ਉਹਨਾਂ ਨੇ ਕੋਈ ਨਾ ਕੋਈ ਕੰਮ ਇੱਧਰ ਉੱਧਰ ਦਾ ਕਰਨਾ ਹੁੰਦਾ, ਲਾਈਨ ਤੋਂ ਇੱਧਰ ਉੱਧਰ ਦਾ, ਕਿਉਂਕਿ ਉਹਨਾਂ ਦਾ ਧਿਆਨ ਨਹੀਂ ਹੁੰਦਾ। ਸੋ ਐਵਰੀਬਡੀ ਸ਼ੁੱਡ ਬੀ ਬਿਟ ਰਿਸਪੌਂਸੀਬਲ ਫॉर ਦੀ ਲੈਬ ਇਨਵਾਇਰਮੈਂਟ, ਠੀਕ ਹੈ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਈਟਿੰਗ ਡਰਿੰਕਿੰਗ ਸ਼ੁੱਡ ਬੀ ਪ੍ਰੋਹਿਬਿਟਡ ਇਨ ਦੀ ਲੈਬ, ਕੋਈ ਉੱਥੇ ਖਾਣਾ ਪੀਣਾ ਨਹੀਂ ਚੱਲਣਾ ਚਾਹੀਦਾ। ਐਂਡ ਜਿਹੜੇ ਪੈਥੋਜਨਸ ਨੇ ਜਾਂ ਕੰਟੈਮੀਨੈਂਟਸ ਨੇ ਜਾਂ ਐਂਟੀਜਨਸ ਨੇ, ਕਿਸੇ ਵੀ ਟਾਈਪ ਦੇ ਬੈਕਟੀਰੀਆ ਵਾਇਰਸਿਸ, ਉਹ ਉੱਥੇ ਨਹੀਂ ਹੋਣੇ ਚਾਹੀਦੇ ਲੈਬ ਦੇ ਵਿੱਚ। ਇਹ ਤੁਸੀਂ ਦੇਖਣਾ, ਜੇ ਕਿਸੇ ਨੂੰ ਜ਼ੁਕਾਮ ਹੋਇਆ ਤਾਂ ਉਹ ਥੋੜ੍ਹਾ ਜਿਹਾ ਪਿੱਛੇ ਰਹਿ ਸਕਦਾ, ਉਹ ਮਾਸਕ ਪਾ ਸਕਦਾ, ਠੀਕ ਹੈ। ਜਿਹੜੀਆਂ ਪਰਸਨਲ ਗਰੂਮਿੰਗ ਹੈਬਿਟਸ ਨੇ, ਜਿੱਦਾਂ ਵਾਲ ਵਾਹੁਣੇ ਲੈਬ ਦੇ ਵਿੱਚ, ਜਾਂ ਆਈ ਦੇ ਕੰਟੈਕਟ ਲੈਂਸਿਸ ਨੂੰ ਸਾਫ਼ ਕਰਨਾ ਲੈਬ ਦੇ ਵਿੱਚ, ਇਹ ਨਹੀਂ ਕਰਨਾ ਚਾਹੀਦਾ, ਠੀਕ ਹੈ। ਸੋ ਇੱਦਾਂ ਦੇ ਜਿਹੜੇ ਕੰਮ ਹੈਗੇ ਆ, ਇਹ ਪਰਸਨਲ ਇੰਜਰੀ ਅਤੇ ਲੈਬ ਦੇ ਵਿੱਚ ਐਕਸੀਡੈਂਟਸ ਨੂੰ ਕਰਵਾ ਸਕਦੇ ਆ, ਉਹਦੇ ਚਾਂਸਿਸ ਵਧਾ ਦਿੰਦੇ ਆ। ਸੋ ਮੇਨਟੇਨਿੰਗ ਅ ਕੁਆਇਟ ਐਂਡ ਅ serene environment in the lab is very very essential. ਸੋ ਚੁੱਪ-ਚਾਪ ਐਕਸਪੈਰੀਮੈਂਟ ਵਾਲੇ ਪਾਸੇ ਧਿਆਨ ਦੇਣਾ, ਉਹਨੂੰ ਚੰਗੀ ਤਰ੍ਹਾਂ ਸਮਝਣਾ, ਉਹਨੂੰ ਚੰਗੀ ਤਰ੍ਹਾਂ ਕਰਨਾ ਰਿਸਪੌਂਸੀਬਲੀ, ਇਹ ਸਾਰੇ ਸਾਡਿਆਂ ਦੀ, ਮਤਲਬ ਇਹ ਆਪਣੀ ਜ਼ਿੰਮੇਵਾਰੀ ਹੈ। ਦਿਸ ਇਜ਼ ਅਪ ਟੂ ਐਨ ਇੰਡੀਵਿਜੂਅਲ ਦੈਟ ਹਾਊ ਟੂ ਬਿਹੇਵ ਇਨ ਅ ਲੈਬ। ਇਹ ਪੜ੍ਹਾਉਣਾ ਬਹੁਤ ਜ਼ਰੂਰੀ ਹੈ। So ਬੱਚਿਓ, with this we are finishing with the safety rules at 3 levels, ਜਿਹੜੇ ਕਿ ਆਪਾਂ 3 ਲੈਵਲ ਅੱਜ ਪੜ੍ਹੇ ਆ। ਸੋ ਉਹਦੇ ਵਿੱਚ ਇੱਕ ਜਨਰਲ ਰੂਲਸ ਨੇ, ਇੱਕ ਕੈਮੀਕਲ ਬੇਸਡ ਰੂਲਸ ਨੇ, ਇੱਕ ਇੰਡੀਵਿਜੂਅਲ ਬੇਸਡ ਰੂਲਸ ਨੇ। ਇਹ ਆਪਾਂ ਤਿੰਨੇ ਹੀ ਅੱਜ ਡਿਸਕਸ ਕੀਤੇ ਆ, ਅਤੇ ਇਹਦੇ ਵਿੱਚੋਂ ਹੀ ਤੁਹਾਨੂੰ ਕੁਛ ਵਾਈ ਵਿੱਚ ਵੀ ਪੁੱਛਿਆ ਜਾ ਸਕਦਾ। ਐਂਡ ਇਹ ਤੁਹਾਡਾ ਸਭ ਤੋਂ ਪਹਿਲਾ ਐਕਸਪੈਰੀਮੈਂਟ ਹੈਗਾ ਇਨ ਦਾ ਪ੍ਰੈਕਟੀਕਲ।